ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਇਲਾਕੇ 'ਚ ਜਾਈਏ, ਜੋ ਪੰਜਾਬ ਦੇ ਛੋਟੇ ਸ਼ਹਿਰਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹਾਈਲਾਈਟ ਕਰੀਏ। ਤੇ ਇਸ ਲਈ ਅੱਜ ਅਸੀਂ ਪਠਾਨਕੋਟ ਤੋਂ ਇਸ ਦਾ ਆਗਾਜ਼ ਕੀਤਾ ਔਰ ਮੈਨੂੰ ਲੱਗਦਾ ਕਿ ਜਿਹੜੀਆਂ ਪਬਲਿਕ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਹਾਈਲਾਈਟ ਜ਼ਿਆਦਾ ਕਰੀਏ ਤਾਂ ਚੰਗਾ ਹੁੰਦਾ, ਕਿਉਂਕਿ ਆਮ ਤੌਰ 'ਤੇ ਇੱਕ ਧਾਰਨਾ ਬਣੀ ਹੋਈ ਹੈ ਕਿ ਚੰਡੀਗੜ੍ਹ 'ਚ ਬੈਠੇ ਮੀਡੀਆ ਹਾਊਸਿਸ ਜਿਹੜੇ ਆ ਉਹ ਛੋਟੀ ਸਿਟੀਜ਼ ਨੂੰ ਇਗਨੋਰ ਕਰਦੇ ਆ। ਸੋ ਦਿਸ ਵਾਸ ਦਾ ਪੁਆਇੰਟ ਕਿ ਅਸੀਂ ਪਠਾਨਕੋਟ ਅੱਜ ਆਏ ਹਾਂ ਔਰ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਡਿਸਟ੍ਰਿਕਟ ਵਿੱਚ ਜਾਈਏ, ਉਹਨਾਂ ਦੀਆਂ ਪ੍ਰੋਬਲਮ ਸਮਝੀਏ ਔਰ ਉਹਨਾਂ ਦੇ ਨਿਵਾਰਨ ਵਿੱਚ ਅਸੀਂ ਜੋ ਵੀ ਯੋਗਦਾਨ ਪਾ ਸਕਦੇ ਹਾਂ ਪਾਈਏ। थैंक यू जगदीप जी एंड वेलकम टू पठानकोट। ਸੋ ਆਗਾਜ਼ ਕਰਦੇ ਹਾਂ ਜੀ। ਅਮਿਤ ਵਿੱਚ ਜਿਹੜੇ ਨੇ ਕਰੀਬ 17 ਸਾਲ ਕਾਰਪੋਰੇਟ ਹਾਊਸਿਸ ਵਿੱਚ ਨੌਕਰੀ ਕਰਨ ਤੋਂ ਬਾਅਦ ਪੋਲਿਟਿਕਸ ਦੇ ਮੈਦਾਨ 'ਚ ਆਏ ਔਰ ਇਹਨਾਂ ਬਾਰੇ ਕਿਹਾ ਜਾਂਦਾ ਕਿ ਪੈਰਾਸ਼ੂਟ ਦੇ ਜ਼ਰੀਏ ਜਿਹੜੇ ਲੈਂਡ ਕੀਤੇ ਸੀ ਪਠਾਨਕੋਟ। ਸਿਰਫ 15 ਦਿਨ ਪਹਿਲਾਂ ਤੱਕ ਪਿਛਲੀ ਇਲੈਕਸ਼ਨ ਵੇਲੇ ਕੋਈ ਇਹਨਾਂ ਨੂੰ ਜਾਣਦਾ ਨਹੀਂ ਸੀ, ਲੇਕਿਨ ਉਸ ਦੇ ਬਾਵਜੂਦ ਇਲੈਕਸ਼ਨ ਜਿੱਤੀ ਔਰ ਇਲੈਕਸ਼ਨ ਕਿਹਨੂੰ ਜਿੱਤੀ, ਕਿਹਦਾ ਸ਼ਿਕਾਰ ਕੀਤਾ, ਬੀਜੇਪੀ ਪ੍ਰੈਜ਼ੀਡੈਂਟ ਦਾ। ਸੋ ਇਹ ਆਪਣੇ ਆਪ 'ਚ ਬਹੁਤ ਇੱਕ ਵੱਡੀ ਜਿਹੜੀ ਹੈ ਅਚੀਵਮੈਂਟ ਸੀ। ਲੇਕਿਨ ਇਸ ਵਾਰ ਸ਼ਾਇਦ ਵੋਟ ਜਿਹੜੀ ਪਏਗੀ ਕੰਮ ਨੂੰ ਪਏਗੀ, ਕਿਉਂਕਿ ਪਿਛਲੀ ਵਾਰ ਲੋਕਾਂ ਨੂੰ ਸੀ ਨਵਾਂ ਚਿਹਰਾ ਹੈ, ਇੱਕ ਵੱਡੇ ਕਾਰਪੋਰੇਟ ਅਦਾਰੇ ਤੋਂ ਆਏ ਹੈ। ਸੋ ਕੀ ਅਚੀਵਮੈਂਟਸ ਨੇ ਤੁਹਾਡੀਆਂ ਜਿਹੜੀਆਂ ਲਾਸਟ 4.5 years ਤੋਂ ਪਠਾਨਕੋਟ ਲਈ? ਕੀ ਤੁਸੀਂ ਇਹੋ ਜਿਹੇ ਕੰਮ ਕੀਤੇ ਕਿ ਤੁਹਾਨੂੰ ਲੋਕ ਜਿਹੜੇ ਆ ਉਹ ਵੋਟ ਪਾਣਗੇ? पठानकोट मैं एज अ सिटी नहीं देखता, क्योंकि पठानकोट इज़ अ गेटवे टू JNK, पठानकोट इज़ गेटवे टू हिमाचल। साढ़े कोल पोटेंशियल बहुत ज़्यादा है। करोना ते जो मैं आया सी इत्थे, करोना उदों नहीं सी, किसी ने सोचा भी नहीं सी, मगर नाउ पीपल हैव रियलाइज द वैल्यू ऑफ सिटीज़ ਜਿਹੜੀਆਂ ਲੋਕੀ ਜਾਣਾ ਚਾਹੁੰਦੇ ਨੇ, ਉੱਥੇ ਬਸਣਾ ਚਾਹੁੰਦੇ ਨੇ, ਉੱਥੇ ਰਹਿਣਾ ਚਾਹੁੰਦੇ ਨੇ। ਲੋਕੇਸ਼ਨ ਵਾਈਜ਼ ਮੈਨੂੰ ਲੱਗਦਾ ਹੈ ਕਿ ਪਠਾਨਕੋਟ ਤੋਂ ਬੈਟਰ ਲੋਕੇਸ਼ਨ ਨਹੀਂ ਹੈ। ਇਹਦੀ ਜਦੋਂ ਪਲੈਨਿੰਗ ਮੈਂ, ਕਿਉਂਕਿ ਪੈਦਾ ਹੀ ਇੱਥੇ ਹੋਇਆ ਜੀ, ਮੈਂ ਫੋਰਚੂਨੇਟਲੀ ਉਸ ਮਹੱਲੇ 'ਚ ਪੈਦਾ ਹੋਇਆ ਜਿਹੜੀ ਗਲੀ 'ਚ ਤੁਸੀਂ ਕਾਰ ਨਹੀਂ ਲੈ ਕੇ ਜਾ ਸਕਦੇ। ਕਰਥੋਲੀ ਮਹੱਲਾ ਕਹਿੰਦੇ ਉਹਨੂੰ, ਯੂ ਕੈਨੋਟ ਟੇਕ ਅ ਕਾਰ ਓਵਰ ਦੇਅਰ। ਅਤੇ ਜਦੋਂ ਬਰਸਾਤ ਹੁੰਦੀ ਸੀ ਅਤੇ ਉਦੋਂ ਅਸੀਂ ਬੜਾ ਮਜ਼ਾ ਲੈਂਦੇ ਸੀ। ਸਾਈਕਲ ਨਾਲ ਅਸੀਂ ਵੇਟ ਕਰਦੇ ਸੀ ਕਿ ਮੌਨਸੂਨ ਆਏ ਅਤੇ ਅਸੀਂ ਸਾਈਕਲ ਚਲਾਈਏ, ਇੰਨਾ ਪਾਣੀ ਇਕੱਠਾ ਹੁੰਦਾ ਸੀ। ਮਗਰ ਵੱਡੇ ਹੋਏ ਅਤੇ ਰਿਅਲਾਈਜ਼ ਕੀਤਾ ਕਿ ਉਹ ਸੀਵਰੇਜ ਦਾ ਪਾਣੀ ਹੁੰਦਾ ਸੀ। ਅਤੇ ਕਿਉਂਕਿ ਇਹ ਚੀਜ਼ਾਂ 'ਚੋਂ ਮੈਂ ਨਿਕਲੇ ਦਾ ਸੀ, ਟ੍ਰੈਫਿਕ ਦੀ ਇਸ਼ੂ ਸੀ, ਉਹਨਾਂ ਨੂੰ ਪੂਰਾ ਪਲਾਨ ਕਰਕੇ ਮੈਂ ਪਹਿਲੇ ਸਾਲ ਕੀਤਾ। ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ, CM ਸਾਹਿਬ ਦਾ ਬਹੁਤ ਥੈਂਕਸ ਕਰਨਾ। ਲੱਕੀਲੀ ਮੈਨੂੰ ਫਿਰ ਸੁਨੀਲ ਜਾਖੜ ਸਾਹਿਬ ਮਿਲੇ ਐਜ਼ ਮਾਈ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦੀ ਬੜੀ ਸਪੋਰਟ ਰਹੀ, ਉਹਨਾਂ ਦੇ ਮਿਨਿਸਟਰਾਂ ਦੀ, ਅਫਸਰਸ ਦੀ ਬੜੀ ਸਪੋਰਟ ਰਹੀ। ਪਹਿਲੇ ਮੈਂ ਦੇਖਿਆ ਜੀ ਇੱਥੇ 200 ਕਰੋੜ 20 ਕਰੋੜ ਦੀ ਗੱਲਾਂ ਹੁੰਦੀਆਂ ਸੀ, ਐਂਡ ਆਈ ਮਸਟ ਟੈਲ ਯੂ ਕਿ ਆਲਮੋਸਟ ਸਾਡੇ 450 ਕਰੋੜ ਦੇ ਕੰਮ ਪਠਾਨਕੋਟ ਦੇ ਵਿੱਚ ਚੱਲ ਰਹੇ ਨੇ, ਜਿਹਦੇ ਵਿੱਚ 70-80% ਆਲਮੋਸਟ ਖਤਮ ਹੋ ਚੁੱਕੇ ਦੇ ਨੇ। ਇਨਫਰਾਸਟਰਕਚਰ ਪੁਆਇੰਟ ਆਫ ਵਿਊ ਸਾਨੂੰ ਪੁਲਾਂ ਦੀ ਬੜੀ ਰਿਕੁਆਇਰਮੈਂਟ ਸੀ, ਜਿਸ ਤਰ੍ਹਾਂ ਸਾਡੇ ਇੱਕ ਢਾਕੀ ਦਾ 70-80 ਕਰੋੜ ਦਾ ਪੁਲ ਬਣ ਰਿਹਾ ਜੀ, ਇੱਕ ਬੈਕਵਰਡ ਇਲਾਕਾ ਹੈ। ਔਰ ਮੈਂ ਹੁਣ ਇੱਥੇ ਮਾਸਟਰ ਮੋਹਨ ਲਾਲ ਜੀ ਨੂੰ ਸੁਣ ਰਿਹਾ ਸੀ, ਤਾਂ ਹੀ ਵਾਜ਼ ਸੇਇੰਗ ਕਿ ਸਾਡੇ ਕੋਲ ਐਕਸਪੈਂਸ਼ਨ ਦਾ ਸਕੋਪ ਹੀ ਹੈ ਨਹੀਂ, ਕਿ ਇੱਧਰ ਵੀ ਬੰਦ ਹੈ, ਉੱਧਰ ਵੀ ਬੰਦ ਹੈ। ਆਈ ਡਿਸਐਗਰੀ, ਮੈਂ ਪਹਿਲੇ ਵੀ ਡਿਸਐਗਰੀ ਕਰਦਾ ਸੀ। ਸਾਡੇ ਕੋਲ ਇੰਨਾ ਜ਼ਿਆਦਾ ਸਕੋਪ ਹੈ ਐਕਸਪੈਂਸ਼ਨ ਦਾ, ਸਿਰਫ ਪੁਲ ਬਣਾਉਣ ਦੀ ਲੋੜ ਸੀ। ਆਪਣੇ ਹਲਕੇ 'ਚ ਅਸੀਂ 5 ਪੁਲ ਬਣਾ ਰਹੇ ਹਾਂ, ਮੇਰੇ 4 ਪੁਲ ਆਲਰੇਡੀ, 5 ਪੁਲ ਆਲਰੇਡੀ ਬਣ ਰਹੇ ਆ। ਕਹਿੰਦੇ ਕਿ ਪਠਾਨਕੋਟ ਦੇ ਵਿੱਚ 7 ਜਿਹੜੇ ਟ੍ਰੇਨ ਤੇ ਇੱਕ ਜਾਂਦੀ ਹੈ, ਲੇਕਿਨ 7 ਜਿਹੜੇ ਫਾਟਕ ਨੇ ਔਰ ਸ਼ਹਿਰ ਦੀ ਰਫ਼ਤਾਰ ਜਿਹੜੀ ਰੋਕ ਦਿੰਦੇ ਆ। ਨਹੀਂ, ਇਹ 2 ਇਸ਼ੂ ਸੀ। ਇੱਕ ਸਾਡੇ ਢਾਕੇ ਵਿੱਚ 70 ਵਾਰੀ ਕ੍ਰੋਸਿੰਗ ਬੰਦ ਹੁੰਦੀ ਹੈ, ਉਹਦੇ ਵਿੱਚ ਸਾਡਾ ਆਲਰੇਡੀ ਕੰਮ ਅਗਲੇ 4-5 ਮਹੀਨਿਆਂ 'ਚ ਖਤਮ ਹੋ ਜਾਣਾ ਹੈ। ਔਰ ਇਹ 70 ਟਾਈਮ ਉਸ ਇਲਾਕੇ ਦੀ ਟ੍ਰੈਫਿਕ ਹੀ ਬੰਦ ਰਹਿੰਦੀ ਸੀ, ਇਸੀ ਕਰਕੇ ਕੰਜੈਸ਼ਨ ਸੀ, ਅਤੇ 70 ਕਰੋੜ ਦਾ ਉਹ ਪੁਲ ਬਣ ਰਿਹਾ। ਸਾਡਾ ਇੱਕ ਤਲਵਾੜਾ ਜੱਟਾ ਅਸੈਂਬਲੀ ਗੁਜਰਾ 30 ਕਰੋੜ ਦਾ ਇੱਕ ਪੁਲ ਬਣ ਰਿਹਾ, ਆਲਰੇਡੀ 2 ਮਹੀਨੇ 'ਚੋਂ ਬਣ ਕੇ ਤਿਆਰ ਹੋ ਜਾਣਾ ਹੈ। ਔਰ 'ਚ 100 ਪਿੰਡਾਂ ਨੂੰ ਫਾਇਦਾ ਮਿਲਣਾ ਹੈ। ਉਹਦੇ ਵਿੱਚ ਹਾਈਵੇ 'ਤੇ ਜਾਣ ਵਾਸਤੇ ਸਾਡੇ ਕੋਲ ਘੱਟ ਤੋਂ ਘੱਟ 25-30 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ, ਅਤੇ ਇਕਨੋਮਿਕ ਗਰੋਥ ਉਹ ਪੁਲਾਂ ਨਾਲ ਹੀ ਹੁੰਦੀ ਹੈ। 3 ਪੁਲ ਮੈਂ ਹੋਰ ਬਣਾ ਰਿਹਾ। ਸਾਡਾ ਜਿਹੜਾ ਜੋਗਿੰਦਰ ਨਗਰ ਦੀ ਇੱਕ ਟ੍ਰੇਨ ਜਾਂਦੀ ਹੈ ਜੀ, 9 ਫਾਟਕ, ਐਟਲੀਸਟ 10 ਫਾਟਕ ਬੰਦ ਹੁੰਦੇ ਨੇ, ਉਹ 240 ਕਰੋੜ ਦਾ ਪ੍ਰੋਜੈਕਟ ਹੈ। ਪਿਛਲੇ ਬਜਟ 'ਚ ਕਰੋਨਾ ਤੋਂ ਪਹਿਲੇ ਸਾਡਾ ਇੱਕ ਆਈਕੋਨਿਕ ਪ੍ਰੋਜੈਕਟ ਸੀ, ਜਿਹੜਾ CM ਸਾਹਿਬ ਨੇ ਉਹਨਾਂ ਨੂੰ ਹਾਈਲਾਈਟ ਵੀ ਕੀਤਾ ਗਵਰਨਰ ਐਡਰੈਸ 'ਚ। ਉਹ ਪਹਿਲਾ ਐਲੀਵੇਟਡ ਟਰੈਕ ਹੋਏਗਾ ਸਾਡਾ ਪੂਰੇ ਪੰਜਾਬ 'ਚ, ਜਿਹੜਾ 240 ਕਰੋੜ ਦਾ ਬਣੇਗਾ। ਉਹਦਾ ਮੈਨੂੰ ਐਡਮਿਨਿਸਟ੍ਰੇਟਿਵ ਅਪਰੂਵਲ ਮਿਲ ਚੁੱਕਿਆ ਦਾ। ਟੈਕਨੀਕਲ ਇਵੈਲੂਏਸ਼ਨ ਰੇਲਵੇ ਨਾਲ ਮਿਲ ਕੇ ਸਰਕਾਰ ਕਰ ਰਹੀ ਹੈ,
ਉਹਨੂੰ 2-3 ਮਹੀਨੇ ਲੱਗਣਗੇ, ਫਿਰ ਉਹਦਾ ਕੰਮ ਵੀ ਚਾਲੂ ਹੋਏਗਾ। ਤੁਸੀਂ ਸਾਡੇ ਸ਼ਹਿਰ 'ਚ ਜਾਓ, ਅਸੀਂ 60-70 ਕਰੋੜ ਲਗਾ ਕੇ ਪਤਲੀ ਪਤਲੀ ਜੀ ਸੜਕਾਂ ਬਣਾਉਂਦੇ ਸੀ ਜੀ। ਅਸੀਂ 60-70 ਕਰੋੜ ਨਾਲ ਪੂਰੇ ਸ਼ਹਿਰ ਦੀ ਇੱਕ ਪ੍ਰੋਪਰ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਤਾਂ ਕਿ ਇੱਥੇ ਬਿਜ਼ਨਸ ਵੱਧ ਸਕੇ। ਐਜੂਕੇਸ਼ਨ 'ਚ ਇੱਕ ਡਾਈਟ ਇੰਸਟੀਟਿਊਟ ਲੈ ਕੇ ਆਇਆ ਜੀ, ਕਿਉਂਕਿ ਮੈਂ ਚਾਹੁੰਦਾ ਸੀ ਇੱਥੇ ਜੌਬਸ ਲੱਗਣ। ਸਾਰੇ ਸਕੂਲ ਸਮਾਰਟ ਕੀਤੇ ਨੇ, ਮੇਰਾ ਸੀ ਕਿ ਟ੍ਰੇਨਿੰਗ ਹੋਏ। ਜੱਚਾ ਬੱਚਾ ਹਸਪੀਟਲ ਬਣਾਇਆ ਹੈਲਥ ਪੁਆਇੰਟ ਆਫ ਵਿਊ। ਅਸੀਂ 14 ਕਮਿਊਨਿਟੀ ਹਾਲ ਗਰੀਬ ਲੋਕਾਂ ਵਾਸਤੇ ਬਣਾਏ ਨੇ, ਉਹਦੇ ਵਿੱਚ ਅਸੀਂ ਡਿਸਪੈਂਸਰੀਜ਼ ਪ੍ਰੋਵੀਜ਼ਨ ਕਰ ਰਹੇ ਹਾਂ। ਇਸ ਤੋਂ ਇਲਾਵਾ ਸਾਡੇ ਇੱਥੇ ਸੀਵਰੇਜ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ, ਤੇ ਅਸੀਂ 120 ਕਰੋੜ ਰੁਪਏ ਲਗਾ ਕੇ ਸੀਵਰੇਜ ਪਾਣੀ ਦਾ ਕੰਮ ਕੀਤਾ ਹੈ, ਜਿਹਦੇ ਵਿੱਚ ਰਫਲੀ 170 ਕਿਲੋਮੀਟਰ ਦੀ ਸੀਵਰੇਜ ਪਾਈਪਲਾਈਨ। ਮੈਂ ਪਾਈਪਲਾਈਨ ਤੇ ਨਹੀਂ, ਮੈਂ ਤੁਹਾਨੂੰ ਕਹਾਂਗਾ ਕਿ 20,000 ਲੋਕਾਂ ਨੂੰ ਸੀਵਰੇਜ ਦਾ ਕਨੈਕਸ਼ਨ, ਅਪਰੋਕਸੀਮੇਟਲੀ 15-20 ਹਜ਼ਾਰ ਕਰਨ ਨਵਾਂ ਪਾਣੀ ਦਾ ਕਨੈਕਸ਼ਨ। ਇਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਸੀ ਸਾਡੇ ਸ਼ਹਿਰ ਵਿੱਚ, ਉਹ ਅਸੀਂ ਇਹ 4 ਸਾਲ 'ਚ ਪੂਰੀਆਂ ਕੀਤੀਆਂ। ਤੇ ਮੈਂ ਥੈਂਕਸ ਕਰਨਾ ਚਾਹੁੰਦਾ ਕਿ ਇਹ 450 ਕਰੋੜ ਦੇ ਕੰਮ ਜਿਹੜੇ ਆਲਮੋਸਟ ਅਸੀਂ 80% ਖਤਮ ਕੀਤੇ ਦੇ ਨੇ। ਮੇਰੇ ਜਿਹੜੇ ਪਲੈਨਡ ਕੰਮ ਨੇ, ਜਿਹੜੇ ਗਵਰਨਮੈਂਟ ਕੋਲੋਂ ਅਪਰੂਵਡ ਨੇ, ਉਹ 300 ਕਰੋੜ ਦੇ ਨੇ। ਉਹਦੇ ਵਿੱਚ ਮੇਨ 3 ਬ੍ਰਿਜ ਹੈ, ਉਹ ਵੀ ਮੇਰੇ ਜਲਦੀ ਚਾਲੂ ਹੋ ਜਾਣਗੇ। ਤੋ ਸਿਟੀ ਨੂੰ ਹਜੇ ਵੀ ਮੈਨੂੰ ਲੱਗਦਾ ਹੈ ਕਿ ਸਿਟੀ ਨੂੰ ਸੋਹਣਾ ਕਰਨਾ ਸੀ। ਘੱਟ ਤੋਂ ਘੱਟ 15 ਪਾਰਕਸ ਬਣਾਏ ਹੈ ਜੀ। ਅੱਜ ਤੁਸੀਂ ਸਾਡੇ ਸ਼ਹਿਰ 'ਚ ਜਾ ਕੇ ਦੇਖੋ, ਪਾਰਕ ਸੀ, ਬੱਚੇ ਖੇਲ ਰਹੇ ਹੁੰਦੇ, 12 ਵਜੇ ਤੱਕ ਬੱਚੇ ਜਾਂਦੇ ਨੇ, ਸਵੇਰੇ 5 ਵਜੇ ਬੱਚੇ ਪਹੁੰਚ ਜਾਂਦੇ ਨੇ। ਤੇ ਆਨਲਾਈਨ ਐਜੂਕੇਸ਼ਨ 'ਚ ਮੈਨੂੰ ਲੱਗਦਾ ਕਿ ਇਹ ਬੱਚੇ ਨੇ ਤੇ ਆਪਣਾ ਸਾਰਾ ਟਾਈਮ ਗੈਜਟਸ ਵਿੱਚ ਕੱਢਦੇ ਸੀ, ਹੁਣ ਖੇਲ ਕੇ ਕੱਢਦੇ ਨੇ। ਸਾਡੀ ਸਿਟੀ ਸਿਕਿਉਰ ਕਰਨੀ ਬਹੁਤ ਜ਼ਰੂਰੀ ਹੈ, ਸਪੈਸ਼ਲੀ ਫॉर ਵਿਮਨ। ਆਈ ਪਰਸਨਲੀ ਫੀਲ ਕਿ ਸਾਡੀ ਵਿਮਨ ਹੈ ਜਿਹੜੀ, ਉਹ ਤਾਂ ਹੀ ਸੇਫ ਫੀਲ ਕਰਨਗੇ, ਐਂਡ ਦੇ ਹੈਵ ਆਲ ਰਾਈਟ ਟੂ ਕਮ ਆਊਟ। ਰਾਤੀ ਉਹ ਕਿਉਂ ਨਹੀਂ 12 ਵਜੇ ਜਾ ਕੇ ਘੁੰਮ ਸਕਦੇ? ਤੇ ਪੂਰੇ ਸ਼ਹਿਰ ਵਿੱਚ ਅਸੀਂ ਕੈਮਰਾਜ਼ ਲਗਾ ਰਹੇ ਹਾਂ। ਸਾਡੀ ਇੱਕ ਮੇਨ ਰੋਡ ਹੈ APK ਰੋਡ, ਉਹ ਸਾਡਾ SSP ਸਾਹਿਬ ਦੇ ਕੰਟਰੋਲ ਰੂਮ 'ਚ ਅਸੀਂ ਉਹਨਾਂ ਨੂੰ ਕਨੈਕਸ਼ਨ ਦੇ ਰਹੇ ਹਾਂ, ਜਿਸ 'ਚ 24/7 ਮੋਨੀਟਰਿੰਗ ਹੋਏਗੀ। ਸੋ ਆਲ ਥੀਸ ਪ੍ਰੋਜੈਕਟਸ ਆਈ ਐਮ ਡੂਇੰਗ ਫॉर ਸਿਟੀ। ਆਈ ਥਿੰਕ ਸਟਿਲ ਲੌਂਗ ਵੇ ਟੂ ਗੋ। ਇੰਡਸਟਰੀ ਵਿੱਚ ਅਸੀਂ ਪੈਪਸੀ ਲੈ ਕੇ ਆਏ, ਆਕਸੀਜਨ ਦਾ ਪਲਾਂਟ ਅਸੀਂ ਲੈ ਕੇ ਆਏ। 4 ਸਾਲ ਮੈਨੂੰ ਜ਼ਰੂਰ ਲੱਗੇ। ਇੱਕ ਮੈਨੂੰ ਲੱਗਦਾ ਹੈ ਕਿ ਵੀ ਕੈਨ ਹੈਵ ਅ ਬੈਸਟ ਟੂਰਿਜ਼ਮ ਪ੍ਰੋਜੈਕਟ ਆਫ ਨਾਰਥ ਇੰਡੀਆ। ਇਟ ਇਜ਼ ਨਾਟ ਵਾਟ ਆਈ ਐਮ ਸੇਇੰਗ। ਮੈਂ ਬੜੇ ਇੰਡਸਟਰੀਲਿਸਟ ਨੂੰ ਮਿਲਿਆ ਜਿਹੜੇ ਟੂਰਿਜ਼ਮ ਪ੍ਰੋਜੈਕਟ 30-30, 40-40 ਹਜ਼ਾਰ ਕਰੋੜ ਇਨਵੈਸਟ ਕਰਨ ਦੀ ਕੈਪੈਸਿਟੀ ਰੱਖਦੇ ਨੇ। ਮੈਂ ਪਹਿਲੇ ਉਹਨਾਂ ਨੂੰ ਮਿਲਿਆ, ਐਂਡ ਦੇ ਸੈਡ ਕਿ ਅਮਿਤ, ਇਫ ਯੂ ਆਰ ਏਬਲ ਟੂ ਡੂ ਇਟ ਵਿਦ ਦੀ ਬਲੈਸਿੰਗਸ ਆਫ CM ਸਾਹਿਬ, ਦਿਸ ਕੈਨ ਬੀ ਦਾ ਬੈਸਟ ਟੂਰਿਜ਼ਮ ਪ੍ਰੋਜੈਕਟ ਆਫ ਨਾਰਥ ਇੰਡੀਆ। ਸਾਡੇ ਉਹਦੇ ਸਾਰੇ ਅਪਰੂਵਲ ਹੋ ਚੁੱਕੇ ਦੇ ਨੇ। ਤੇ ਉਹ ਮੈਨੂੰ ਲੱਗਦਾ ਕਿ 2 ਮਹੀਨੇ ਤੱਕ, ਅਨਫੋਰਚੂਨੇਟਲੀ ਕਰੋਨਾ ਕਰਕੇ ਅਸੀਂ ਫੋਰਨ ਨਹੀਂ ਜਾ ਪਾ ਰਹੇ, ਮਗਰ ਮੈਂ CM ਸਾਹਿਬ ਨੂੰ ਕਿਹਾ ਸੀ ਕਿ ਸਰ ਅਸੀਂ ਰੋਡ ਸ਼ੋਜ਼ ਕਰਾਂਗੇ ਸਿੰਗਾਪੁਰ ਜਾ ਕੇ, ਮਗਰ ਲੈਟਸ ਸੀ ਇਹ ਸਾਰੀ ਚੀਜ਼ਾਂ ਠੀਕ ਹੁੰਦੀਆਂ। ਮੈਨੂੰ ਲੱਗਦਾ ਕਿ ਅੱਛਾ, ਆਮ ਤੌਰ ਤੇ ਕੋਈ ਪੋਲੀਟੀਸ਼ੀਅਨ ਹੁੰਦਾ, ਉਹਦੀ ਇੱਕ ਲੁੱਕ ਹੁੰਦੀ ਚਿੱਟੇ ਕੁੜਤੇ ਪਜਾਮੇ ਪਾਏ, ਪੰਜਾਬ ਦੇ ਵਿੱਚ ਰਵਾਇਤ ਹੈ, ਔਰ ਤੁਹਾਡੀ ਬਿਲਕੁਲ ਕਾਰਪੋਰੇਟ ਰੁਕ ਲੈਂਦੀ ਹੈ। 17 ਸਾਲ ਤੁਸੀਂ ਇਹ ਕਾਰਪੋਰੇਟ 'ਚ ਰਹੇ ਹੋ, ਕਿਹੋ ਜੀ ਤੁਹਾਡੀ ਜਰਨੀ ਰਹੀ? ਕਿਉਂਕਿ ਬੜੇ ਸਵੈਂਕੀ ਆਫਿਸ ਹੁੰਦੇ ਆ, ਬਹੁਤ ਵਧੀਆ ਸੀ ਫੇਸਿੰਗ ਆਫਿਸ ਤੁਹਾਡੇ ਬੰਬੇ 'ਚ, ਹੁਣ ਤੁਹਾਨੂੰ ਗਲੀਆਂ 'ਚ ਜਾ ਕੇ ਲੋਕਾਂ ਤੋਂ ਵੋਟਾਂ ਮੰਗਣੀਆਂ ਪੈ ਰਹੀਆਂ। ਜਰਨੀ ਕਿਵੇਂ ਦੀ ਰਹੀ? ਮਿਸ ਕਰਦੇ ਹੋ ਕਿ ਯਾਰ ਕਾਰਪੋਰੇਟ ਵਿੱਚ ਤੇ ਮੋਟੀ ਤਨਖਾਹ ਆਉਂਦੀ ਸੀ, ਔਰ ਨਾ ਕਿਸੇ ਨੇ ਤਰਲੇ ਮਾਰਨੇ ਪੈਂਦੇ ਸੀ, ਕੰਮ ਵੀ ਕਰਨਾ ਪੈਂਦੇ ਆ ਔਰ ਗਾਲਾਂ ਵੀ ਖਾਣੀਆਂ ਪੈਂਦੀਆਂ ਲੋਕਾਂ ਦੀਆਂ? ਦੇਖੋ, ਮੈਂ ਇੰਨਾ ਜ਼ਰੂਰ ਕਹਾਂਗਾ ਕਿ ਉਦੋਂ 17-18 ਸਾਲ ਪਰਮਾਤਮਾ ਨੇ ਬਖਸ਼ ਕੀਤੀ। ਸਰੀਰ ਦਾ ਸੁੱਖ ਬਹੁਤ ਜ਼ਿਆਦਾ ਸੀ, ਯਾਨੀ ਕਿ ਧੁੱਪ ਤੇ ਦੇਖਦੇ ਹੀ ਨਹੀਂ ਸੀ, ਗਲੀ ਇੱਥੇ ਹੀ ਉੱਧਰ ਮਤਲਬ ਕੰਮ ਹੀ ਕਰਦੇ ਸੀ। ਮਗਰ ਹੁਣ ਰੂਹ ਦਾ ਸੁੱਖ ਮਿਲ ਰਿਹਾ ਲੋਕਾਂ ਦਾ ਕੰਮ ਕਰਕੇ। ਜਦੋਂ ਗਲੀਆਂ 'ਚ ਜਾਂਦੇ ਹਾਂ, ਕਿਸੇ ਨੂੰ ਸੀਵਰੇਜ, ਪਾਣੀ, ਜੌਬਸ, ਇਹ ਸਾਰੀ ਚੀਜ਼ਾਂ ਕਰਨੇ ਆ, ਪੈਨਸ਼ਨਸ ਲਗਾਉਂਦੇ ਆ, ਇਹ ਸਾਰਾ ਕੰਮ ਕਰਨੇ ਆ, ਕੈਂਪਸ ਲਗਾਉਂਦੇ ਆ, ਤੇ ਬੜਾ ਅੱਛਾ ਲੱਗਦਾ। ਤੇ ਮੈਨੂੰ ਲੱਗਦਾ ਕਿ ਆਈ ਐਮ ਫੀਲਿੰਗ ਮਚ ਬੈਟਰ ਨਾਓ, ਐਂਡ ਮੈਨੂੰ ਲੱਗਦਾ ਕਿ ਲੋਕਾਂ ਵਾਸਤੇ ਜੀਣਾ ਬੈਟਰ ਹੈ ਜੀ। ਇੱਕ ਚੀਜ਼ ਹੋਰ ਹੁੰਦੀ ਕਾਰਪੋਰੇਟਸ ਵਿੱਚ, 50 ਰੁਪਏ ਦਾ ਕੰਮ ਜਿਹੜਾ ਕਾਰਪੋਰੇਟ ਵਾਲੇ ਕਹਿੰਦੇ 10 ਰੁਪਏ 'ਚ ਕਰਾ ਦਿਓ, ਲੇਕਿਨ ਸਰਕਾਰ 'ਚ ਉਲਟਾ ਹੈ, 10 ਰੁਪਏ ਦਾ ਕੰਮ ਦਾ 100 ਰੁਪਏ ਦਾ ਬਿੱਲ ਬਣਦਾ ਹੈ। ਫਿਰ ਤੁਸੀਂ ਕਿਵੇਂ ਬੈਲੈਂਸ ਕਰ ਰਹੇ ਹੋ? ਮੈਂ ਪਠਾਨਕੋਟ ਕਰਤਾ ਜੀ ਇਹ ਕੰਮ। ਪਠਾਨਕੋਟ ਮੈਂ ਜਦੋਂ ਆਇਆ ਜੀ, ਕਾਰਪੋਰੇਸ਼ਨ ਵਾਜ਼ ਨਾਟ ਵਿਦ ਮੀ, ਤੇ ਸਾਨੂੰ ਮਾਰਚ 2019 'ਚ ਕਾਰਪੋਰੇਸ਼ਨ ਮਿਲੀ ਹੈ। ਉਹਦੇ ਵਿੱਚ ਮੈਂ ਆਇਆ, ਆਈ ਵਾਜ਼ ਸੋ ਸਰਪ੍ਰਾਈਜ਼ਡ। ਮੈਂ CM ਸਾਹਿਬ ਨੂੰ ਕਿਹਾ, CPS CM ਨੂੰ ਕਿਹਾ, ਲੋਕਲ ਗਵਰਨਮੈਂਟ ਸੈਕਟਰੀ ਨੂੰ ਕਿਹਾ, 2-2 ਲੱਖ ਦੇ ਟੈਂਡਰ ਲਾਉਂਦੇ ਸੀ ਜੀ। 2-2 ਲੱਖ ਦੇ ਟੈਂਡਰ 'ਚ ਕੀ ਹੈ ਕਿ ਤੁਸੀਂ ਇੱਥੇ ਇਵੈਲੂਏਟ ਕਰ ਦਿੰਦੇ ਹੋ। ਉਹ ਮੈਂ 6 ਕਰੋੜ ਦਾ ਕੰਮ ਲੱਗਣਾ ਸੀ ਜੀ, 6 ਕਰੋੜ ਦੇ ਕੰਮ ਦੇ 300 ਟੈਂਡਰ ਲਗਾਏ ਦੇ। ਆਈ ਵਾਜ਼ ਸੋ ਸਰਪ੍ਰਾਈਜ਼ਡ ਕਿ 6 ਕਰੋੜ ਦੇ ਕੰਮ ਦੇ 300 ਟੈਂਡਰ। ਐਂਡ ਦੈਨ ਆਈ ਸਪੋਕ ਟੂ ਦੈਨ ਮੇਅਰ। ਮੈਂ ਕਿਹਾ ਮੇਅਰ ਸਾਹਿਬ ਇਹ ਕੀ ਹੈ ਜੀ? ਕਹਿੰਦੇ ਬਸ ਠੀਕ ਹੈ ਜੀ, 50% ਤੁਸੀਂ ਕੰਮ ਕਰਵਾ ਲਓ 50। ਮੈਂ ਕਿਹਾ ਐਸਾ ਥੋੜ੍ਹਾ ਨਾ ਕੰਮ ਹੁੰਦਾ ਜੀ 50-50% ਨਾਲ।
ਤੁਸੀਂ ਇਹ ਦੱਸੋ ਇਹ 2-2 ਲੱਖ ਦੇ ਕਿਉਂ? ਜੇ 3 ਆਈਟਮ ਹੈ 3 ਟੈਂਡਰ ਕਿਉਂ ਨਹੀਂ ਲੱਗੇ ਇਹਦੇ? ਕਿਉਂਕਿ ਉਹਨਾਂ ਦੀ ਬਾਡੀ ਸੀ, ਕੁਝ ਕਰ ਨਹੀਂ ਸਕਦਾ। ਬਿਲਕੁਲ, ਤੁਹਾਡੇ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਕਹਿੰਦੇ ਸੀ ਕਿ ਦਿੱਲੀ ਤੋਂ 100 ਰੁਪਏ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਦੇ ਬੰਦੇ 5 ਰੁਪਏ ਲੱਗਦੇ ਆ, ਤਾਂ ਸ਼ਾਇਦ ਉਹ ਹੀ ਇੱਕ ਧਾਰਨਾ ਬਣੀ ਹੈ। ਬਹਿਰਹਾਲ ਨਹੀਂ, ਐਮਐਲਏ ਚਾਹੇ ਤੇ ਜੀ ਨੌਲੇਜ ਹੋਏ, ਮਨ 'ਚ ਕਰਪਸ਼ਨ ਨਾ ਹੋਏ ਤੇ ਸਭ ਕੁਝ ਹੋ ਸਕਦਾ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ, ਉਹ 6 ਕਰੋੜ ਦੇ ਕੰਮ ਫਿਰ ਮੈਂ ਸੀਐਮ ਸਾਹਿਬ ਦੇ ਉੱਤੇ ਮੀਟਿੰਗ ਕਰਾ ਕੇ ਕਲੱਬ ਕਰਾ ਕੇ ਰਫਲੀ ਉਹ 3.25 ਕਰੋੜ 'ਚ ਹੋਏ ਜੀ। ਤਾਂ ਅਸੀਂ ਹੁਣ ਜਿੰਨਾ ਵੀ ਸਿਸਟਮ ਬਣਾਇਆ ਇੱਥੇ, ਸਾਡੇ ਮੇਅਰ ਸਾਹਿਬ ਸਾਡੀ ਹੁਣ ਕਾਰਪੋਰੇਸ਼ਨ ਲੋਕਾਂ ਨੇ ਬਣਾਈ ਹੈ, ਹੈਂਡਸਮ ਮੈਜੋਰਿਟੀ ਦਿੱਤੀ ਹੈ, ਲੋਕਾਂ ਦਾ ਪੈਸਾ 1 ਰੁਪਿਆ ਵੀ ਨਹੀਂ ਖਰਾਬ ਹੋਣਾ ਚਾਹੀਦਾ, ਟਾਈਮਲੀ ਕੰਮ ਹੋਣੇ ਚਾਹੀਦੇ ਨੇ। ਅਸੀਂ ਪ੍ਰੋਪਰ ਟੈਂਡਰਿੰਗ ਕਰਨੇ ਆ, ਉਹਦੀ ਪ੍ਰੋਪਰ ਪਹਿਲੇ ਟੈਂਡਰਾਂ 'ਚ ਕੰਡੀਸ਼ਨ ਨਹੀਂ ਸੀ ਪਾਉਂਦੇ, ਮੈਂ ਤੇ ਕੰਮ ਹੀ ਆਹੀ ਕੀਤੇ ਰਹਿ, ਪ੍ਰੋਪਰ ਕੰਡੀਸ਼ਨਸ ਪਾ ਕੇ ਟਾਈਮ ਨਾਲ ਕੰਮ ਤੁਸੀਂ ਇੱਕ ਲੋਕਲ ਮੈਨੀਫੈਸਟੋ ਬਣਾਇਆ ਸੀ ਪਠਾਨਕੋਟ ਲਈ, ਮੈਨੂੰ ਯਾਦ ਆਪਣੀ ਗੱਲ ਹੋਈ ਸੀ 4 ਸਾਲ ਪਹਿਲਾਂ, ਔਰ ਤੁਸੀਂ ਕਿਹਾ ਸੀ 15,000 ਜੌਬਸ ਔਰ 10,000 ਕਰੋੜ ਦੀ ਇਨਵੈਸਟਮੈਂਟ। ਕਿੰਨਾ ਅਚੀਵ ਕਰ ਪਾਏ ਉਸ ਚੀਜ਼ ਨੂੰ? ਮੈਂ ਪੱਕਾ ਅਚੀਵ ਕਰਾਂਗਾ ਜੀ। ਅਸੀਂ ਆਈ ਸਟਾਰਟਡ ਵਿਦ ਪੈਪਸੀਕੋ, ਨਾਓ ਵੀ ਆਰ ਗੋਇੰਗ ਟੂ ਟੂਰਿਜ਼ਮ। ਅਸੀਂ ਇਮੀਡੀਏਟ ਲੋਕਾਂ ਨੂੰ ਬੈਨੀਫਿਟ ਦੇਣ ਵਾਸਤੇ ਅਸੀਂ ਰੋਜ਼ਗਾਰ ਸੇਵਾ ਕੈਂਪਸ ਲਗਾਏ, ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਜੌਬ ਦੇ ਪਾਏ। ਮੇਰੇ ਵਿੱਚ ਜੋ ਆਫੀਸ਼ੀਅਲ ਰਿਕਾਰਡ ਹੈ, ਸਾਡੇ 2,500 ਲੋਕ ਤੇ ਪੈਪਸੀ ਵਿੱਚ ਜੋ ਕੰਟਰੈਕਚੁਅਲ ਪਾ ਕੇ ਗੱਡੀਆਂ ਪਾ ਕੇ ਕੰਮ ਕਰ ਰਹੇ ਨੇ, ਪਲੱਸ 1500-1600 ਲੋਕ ਅਸੀਂ ਆਲਰੇਡੀ ਰੋਜ਼ਗਾਰ ਸੇਵਾ ਕੈਂਪਸ ਦੇ ਥਰੂ ਸਿਰਫ ਆਪਣੇ ਡਿਸਟ੍ਰਿਕਟ ਦੇ ਕਰ ਸਕੇ ਹਾਂ। ਤੇ ਮੈਨੂੰ ਲੱਗਦਾ ਜਦੋਂ ਟੂਰਿਜ਼ਮ ਪ੍ਰੋਜੈਕਟ ਸਕਸੈਸਫੁਲ ਹੋ ਗਿਆ, ਲੋਕਾਂ ਨੂੰ ਟੂਰਿਜ਼ਮ ਪ੍ਰੋਜੈਕਟ ਦੀ ਸਕਸੈਸ ਨਹੀਂ ਪਤਾ ਜੀ, ਕਿਉਂਕਿ ਅਸੀਂ ਫੀਲ ਨਹੀਂ ਕਰਦੇ। ਯੂ ਸੀ ਸਿੰਗਾਪੁਰ ਇਜ਼ ਟੋਟਲੀ ਟੂਰਿਜ਼ਮ। ਅੱਜ ਦੁਬਈ ਕੋਈ ਆਪਣੇ ਕਰੋੜ ਤੋਂ ਪੈਸਾ ਨਹੀਂ ਕਮਾ ਰਿਹਾ, ਦੁਬਈ ਇਜ਼ ਟੋਟਲੀ ਟੂਰਿਜ਼ਮ। ਤੁਸੀਂ ਮਲੇਸ਼ੀਆ ਜਾਓ, ਮਲੇਸ਼ੀਆ ਇਜ਼ ਟੋਟਲੀ ਟੂਰਿਜ਼ਮ। ਲੋਕਾਂ ਨੂੰ ਗੋਆ ਜਾਓ, ਗੋਆ ਇਜ਼ ਟੋਟਲੀ ਟੂਰਿਜ਼ਮ। ਲੋਕਾਂ ਨੂੰ ਆਦਤ ਪੈਣੀ ਚਾਹੀਦੀ ਹੈ। ਤੇ ਇੱਕ ਵਾਰੀ ਇਹ ਟੂਰਿਜ਼ਮ ਪ੍ਰੋਜੈਕਟ ਸਕਸੈਸਫੁਲ ਹੋ ਗਿਆ, ਮੈਨੂੰ ਲੱਗਦਾ ਕਿ ਸਾਡੇ ਇਲਾਕੇ 'ਚ ਬੇਰੁਜ਼ਗਾਰ ਦੀ ਜਿਹੜੀ ਬੇਰੁਜ਼ਗਾਰੀ ਦੀ ਪ੍ਰੋਬਲਮ ਹੈ ਪਰਮਾਨੈਂਟ ਖਤਮ ਹੋ ਜਾਏਗੀ ਜੀ, ਪਰਮਾਨੈਂਟ। ਸੋ ਆਈ ਐਮ ਵਰਕਿੰਗ ਔਨ ਦੈਟ। ਅੱਛਾ ਵੈਦ ਸਾਹਿਬ, ਅਸੀਂ ਕਰੋਨਾ ਵੇਲੇ ਦੇਖਿਆ ਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਜਿਹੜੇ ਆ ਉਹ ਆਪਣੇ ਘਰਾਂ 'ਚ ਚਲੇ ਗਏ ਸੀ, ਪਬਲਿਕ ਨੂੰ ਕਿਸੇ ਨੇ ਪੁੱਛਿਆ ਨਹੀਂ ਸੀ। ਤੁਹਾਡਾ ਐਕਸਪੀਰੀਅੰਸ ਕੀ ਰਿਹਾ ਕਰੋਨਾ ਵਿੱਚ? ਪਬਲਿਕ ਜਿਹੜੀ ਹੈ ਬਹੁਤ ਪਰੇਸ਼ਾਨ ਸੀ ਕਿਉਂਕਿ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਬਿਮਾਰੀ ਹੈ ਕੀ ਹੈ। ਤੁਸੀਂ ਕਿਵੇਂ ਆਪਣੇ ਲੋਕਾਂ ਦੇ ਨਾਲ ਖੜੇ ਰਹੇ? ਕਿ ਤੁਸੀਂ ਬਾਹਰ ਜਾਂਦੇ ਸੀ? ਇਸ ਦੌਰਾਨ ਕੀ ਤੁਹਾਡੀ ਐਕਟੀਵਿਟੀਜ਼ ਰਹੀ ਸੀ? ਦੇਖੋ, ਮੈਂ ਤੇ ਇੱਕ ਚੀਜ਼ ਦੇਖੀ ਸੀ ਜੀ, ਮੈਂ ਤਾਂ ਪਹਿਲੇ ਦਿਨ ਤੋਂ ਬਾਹਰ ਸੀ ਜੀ, ਕਿਉਂਕਿ ਜੇ ਅਸੀਂ ਅੰਦਰ ਵੜ ਗਏ ਤੇ ਫਿਰ ਲੋਕਾਂ ਨੂੰ ਕਿਵੇਂ ਬਚਾਉਣਾ ਸੀ। ਤੇ ਮੈਂ ਥੈਂਕਸ ਕਰਨਾ ਚਾਹੁੰਦਾ ਮੇਰੇ ਕਾਉਂਸਲਰ ਸਾਹਿਬ ਦਾ, ਹੁਣ ਮੈਕਸਿਮਮ ਕਾਉਂਸਲਰ ਬਣ ਗਏ ਦੇ ਨੇ, ਪੂਰੀ ਟੀਮ ਦਾ, ਮੇਰੇ ਬ੍ਰਦਰ ਦਾ। ਮੇਰੇ ਬ੍ਰਦਰ ਨੇ ਮੇਰਾ ਬੜਾ ਨਾਲ, ਹਮੇਸ਼ਾ ਉਹ ਨਾਲ ਕੰਮ ਕਰਦੇ ਨੇ, ਆਸ਼ੀਸ਼ ਜੀ, ਔਰ ਪੂਰੀ ਟੀਮ। ਅਸੀਂ ਬਾਹਰ ਰਹੇ ਹਾਂ ਜੀ। ਮੈਨੂੰ ਕਰੋਨਾ ਵੀ ਹੋਇਆ, ਮੇਰੀ ਫੈਮਿਲੀ ਸਾਰੀ ਕਰੋਨਾ ਹੋਈ, ਮੇਰੇ ਫਾਦਰ ਇਜ਼ ਨੋ ਮੋਰ ਨਾਓ, ਉਹਨਾਂ ਨੂੰ ਵੀ ਕਰੋਨਾ ਹੋਇਆ। ਮਗਰ ਇੱਕ ਸੈਟੀਸਫੈਕਸ਼ਨ ਹੈ ਕਿ ਆਪਣੇ ਸ਼ਹਿਰ ਦੇ ਲੋਕਾਂ ਨੂੰ ਅਸੀਂ ਬਚਾ ਸਕੇ। ਐਂਡ ਆਈ ਟੈਲ ਯੂ, ਜਦੋਂ ਇਹ ਸਾਰੀ ਚੀਜ਼ਾਂ ਚੱਲ ਰਹੀਆਂ ਸੀ, ਪਠਾਨਕੋਟ ਵਾਸ ਦੀ ਫਸਟ ਸਿਟੀ, ਆਈ ਟੈਲ ਯੂ, ਪਠਾਨਕੋਟ ਵਾਸ ਦੀ ਫਸਟ ਸਿਟੀ ਜਿਹਦੇ ਵਿੱਚ ਕਰੋਨਾ ਇੱਕ ਵਾਰੀ 0 ਕੇਸਿਸ ਹੋ ਗਏ ਸੀ। ਵੈਕਸੀਨੇਸ਼ਨ ਜਦੋਂ ਸੈਕਿੰਡ ਵੇਵ ਆਈ ਹੈ, ਮੈਂ ਆਪਣੇ ਸ਼ਹਿਰ 'ਚ ਅਸੀਂ ਬਿਲਕੁਲ ਆਕਸੀਜਨ ਦੀ ਪ੍ਰੋਬਲਮ ਨਹੀਂ ਆਉਣ ਦਿੱਤੀ। ਥਰਡ ਵੇਵ ਦੀ ਤਿਆਰੀ ਕਰ ਰਹੇ ਹਾਂ, ਆਕਸੀਜਨ ਪਲਾਂਟ ਸਾਡੇ ਲੱਗਣੇ ਸ਼ੁਰੂ ਹੋ ਗਏ ਨੇ। ਤੇ ਈਵਨ ਵੈਕਸੀਨੇਸ਼ਨ ਵੀ ਜਦੋਂ ਸਾਨੂੰ ਬਲਕ 'ਚ ਮਿਲਦੀ ਸੀ ਤੇ ਟਵੀਟ ਵੀ ਕੀਤਾ ਸੀ ਮਿਨਿਸਟਰ ਸਾਹਿਬ ਨੇ, ਪਠਾਨਕੋਟ ਡਿਸਟ੍ਰਿਕਟ ਵਾਸ ਦੀ ਫਸਟ ਡਿਸਟ੍ਰਿਕਟ ਜਿਹਨੇ ਟੌਪ ਕੀਤਾ ਸੀ ਵੈਕਸੀਨੇਸ਼ਨ ਸੇ। ਸੋ ਆਈ ਐਮ ਵੈਰੀ ਮੱਚ ਪਾਰਟੀਕੂਲਰ ਅਬਾਊਟ ਕਰੋਨਾ, ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀਆਂ ਨਾਲ ਜੁੜੇ ਦਾ ਤੇ ਇਹਨੂੰ ਅਸੀਂ ਪੂਰਾ ਜਦੋਂ ਆਉਂਦਾ ਤੇ ਮੈਂ ਪੂਰਾ ਸਾਰੇ ਗਰੁੱਪਸ ਨਾਲ, ਡਾਕਟਰਸ ਨਾਲ, ਸਾਰੇ ਨਾਲ ਮਿਲ ਕੇ ਕੰਮ ਕਰਨਾ ਜੀ। ਅੱਛਾ, ਕੁਝ ਪੋਲੀਟੀਕਲ ਸਵਾਲ ਲੈ ਲਈਏ ਕਿਉਂਕਿ ਮੰਚ ਪੋਲੀਟੀਕਲ ਹੈ ਥੋੜਾ। ਅੱਜ ਕੱਲ੍ਹ ਜਿਹੜੀ ਆਮ ਇੱਕ ਧਾਰਨਾ ਬਣੀ ਹੋਈ ਹੈ ਕਿ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਬਹੁਤ ਪਿੱਛੇ ਚਲ ਗਏ ਆ। ਮੀਡੀਆ ਤੇ ਵੀ ਕਿਵੇਂ ਖਬਰਾਂ ਆਉਂਦੀਆਂ, ਲੋਕ ਸਾਨੂੰ ਵੀ ਲਾਹਨਤਾਂ ਪਾਉਂਦੇ ਹੈਗੇ। ਅੱਜ ਕੱਲ੍ਹ ਖਬਰ ਹੁੰਦੀ ਸਿੱਧੂ ਰੁੱਸ ਗਿਆ, ਕਦੀ ਕੈਪਟਨ ਸਾਹਿਬ ਰੁੱਸ ਗਏ, ਕੈਪਟਨ ਸਾਹਿਬ ਨੇ ਚਾਹ ਪੀ ਲਈ। ਕਾਂਗਰਸ ਕਿਵੇਂ ਅੱਗੇ ਵਧੇਗੀ? ਇਲੈਕਸ਼ਨ ਨੂੰ 6 ਮਹੀਨੇ ਰਹਿ ਗਏ ਔਰ ਆਮ ਤੌਰ ਤੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਲਾਸਟ 6-7-8 ਮਹੀਨਿਆਂ 'ਚ ਹੀ ਕੰਮ ਕਰਦੀਆਂ ਸੀ, ਲੇਕਿਨ ਤੁਹਾਡੀ ਪਾਰਟੀ ਜਿਹੜੀ ਹੈ ਉਹ 2022 'ਚ ਕਿਵੇਂ ਅੱਗੇ ਜਾਏਗੀ? ਕਿਉਂਕਿ ਇਨਫਾਈਟਿੰਗ ਇੰਨੀ ਹੈ। ਔਰ ਇੱਕ ਸਵਾਲ ਹੋਰ, ਜਾਤੀ ਤੌਰ ਤੇ ਤੁਹਾਡਾ ਕੈਪਟਨ ਕੌਣ ਹੈ? ਦੇਖੋ, ਪਹਿਲੇ ਤੇ ਕੰਮਾਂ ਦੀ ਗੱਲ ਕਰਾਂ ਜੀ। ਐਜੂਕੇਸ਼ਨ 'ਚ ਪੰਜਾਬ ਹੈਜ਼ ਟੌਪਡ, ਫਿਰ ਈਵਨ ਫਾਈਟ ਵਿਦ ਕਰੋਨਾ ਪੰਜਾਬ ਹੈਜ਼ ਟੌਪਡ। ਈਵਨ ਜਦੋਂ ਪੈਨਸ਼ਨਾਂ ਦੀ ਗੱਲ ਆਈ, ਇਹਨਾਂ ਨੇ ਤੇ 250-500 ਕੀਤੀ। ਸਾਡੇ ਵਾਸਤੇ ਛੋਟੀ ਚੀਜ਼ ਹੋਏਗੀ, ਗਰੀਬ ਆਦਮੀ ਵਾਸਤੇ ਬਹੁਤ ਹੈ ਜੀ। ਅਸੀਂ ਜੋ ਪ੍ਰੋਮਿਸ ਕੀਤਾ 1500 ਅਸੀਂ ਉਹਨੂੰ ਕੀਤੀ। ਦੇਰ ਆਰ ਨੰਬਰ ਆਫ ਪ੍ਰੋਮਿਸਿਸ ਜਿਹੜੇ ਅਸੀਂ ਵਿਮਨ ਨੂੰ ਜੇ ਕਿਸੇ ਨੇ ਐਮਪਾਵਰ ਕੀਤਾ, ਜੇ ਬੋਲਿਆ ਤੇ ਉਹ ਕਾਂਗਰਸ ਨੇ ਕੀਤਾ ਜੀ।
50% ਰਿਜ਼ਰਵੇਸ਼ਨ ਦਿੱਤੀ ਨਹੀਂ ਉਹਨਾਂ ਨੂੰ, ਫਿਰ ਬਾਡੀਜ਼ ਚਾਹੇ ਲੋਕਲ ਗਵਰਨਮੈਂਟ ਹੈ ਚਾਹੇ ਪੰਚਾਇਤ ਹੈ। ਲੇਕਿਨ ਉਹ ਸਾਰੇ ਕੰਮ ਜਿਹੜੇ ਉਹ ਤੇ ਕਾਂਗਰਸ ਇਨ ਫਾਈਟਿੰਗ ਚ ਦੱਬ ਗਏ ਨਾ। ਤੁਹਾਡੇ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਹੈ ਲਗਾਤਾਰ ਕਹਿ ਰਹੇ ਕਿ ਸਾਡੀ ਸਰਕਾਰ ਫੇਲ ਹੈ। ਨਹੀਂ ਖੁਦ ਕਹਿ ਰਹੇ ਨੇ ਉਹ। ਉਹਨਾਂ ਨੇ ਨਹੀਂ ਜਿਹੜੇ ਹੁਣ ਪਾਰਟੀ, ਦੇਖੋ ਕੱਲ ਮੈਂ ਉਹਨਾਂ ਨਾਲ ਸੀ, ਇੱਕ ਉਹਨਾਂ ਨੇ ਮੁੱਦਾ ਰੇਜ਼ ਜ਼ਰੂਰ ਕੀਤਾ, ਕਿਸਾਨਾਂ ਦਾ ਮੁੱਦਾ ਹੈ, ਉਹ ਮੁੱਦਾ ਹੈ। ਔਰ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਇਹ ਕਾਂਗਰਸ ਹੀ ਹੈ ਜਿਹੜੀ, ਚਾਹੇ ਸਿੱਧੂ ਜੀ ਨੇ, ਚਾਹੇ ਸੀਐਮ ਸਾਹਿਬ ਨੇ, ਚਾਹੇ ਜਾਖੜ ਸਾਹਿਬ ਨੇ, ਚਾਹੇ ਹੋਰ ਵੀ ਸਾਡੇ ਪੋਲੀਟੀਕਲ ਲੋਕ ਨੇ, ਜੇ ਕਿਸਾਨਾਂ ਦਾ ਕਿਸੇ ਨੇ ਮੁੱਦਾ ਰੇਜ਼ ਕੀਤਾ ਤੇ ਪੰਜਾਬ ਨੇ ਪਹਿਲੇ ਉਹਨਾਂ ਨੇ ਉੱਠ ਕੇ ਕਿਹਾ ਸੀ ਕਿ ਇਹ ਪੰਜਾਬੀਅਤ ਖਤਮ ਹੋ ਜਾਏਗੀ ਜੇ ਇਹ ਕਿਸਾਨਾਂ ਦਾ ਰਹੇਗਾ। ਫਿਰ ਅੱਜ ਤੁਸੀਂ ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਹੋ, ਦੇਖੋ ਜੈਲਸ ਹੁੰਦਾ ਹੈ, ਦੂਸਰੀ ਪਾਰਟੀਆਂ ਕੋਲ ਕੈਂਡੀਡੇਟ ਹੀ ਨਹੀਂ, ਤੇ ਮੈਨੂੰ ਲੱਗਦਾ ਹੈ 2 ਇੰਜਨ ਨੇ ਜੀ, ਪਹਿਲੇ 1 ਇੰਜਨ ਸੀ। ਦੇਖੋ ਫਾਈਨਲੀ ਇਟ ਇਜ਼ ਕਾਂਗਰਸ ਵਿਚ ਵਿਲ ਵਿਨ, ਐਵਰੀਵਨ ਇਜ਼ ਪਾਰਟ ਆਫ ਕਾਂਗਰਸ, ਤੇ ਆਪਣੇ ਸਿਸਟਮ 'ਚ ਲੀਡਰਸ ਵੀ ਨੇ ਔਰ ਫਾਈਨਲੀ ਹਾਈ ਕਮਾਂਡ ਨੇ ਡਿਸੀਜਨ ਲੈਣੇ ਹੁੰਦੇ ਨੇ। ਮਗਰ ਪਹਿਲੇ 1 ਇੰਜਨ ਸੀ ਮੇਨ, ਹੁਣ 2 ਇੰਜਨ ਲੱਗ ਗਏ ਨੇ, ਸਪੀਡ ਜ਼ਿਆਦਾ ਫੜੋ ਗਈ ਹੈ, ਇਸ ਕਰਕੇ ਥੋੜਾ ਲੋਕੀ ਜੈਲਸ ਵੀ ਹੁੰਦੇ ਨੇ। ਪਾਰਟੀ ਦੀ ਲਾਈਨ ਦੇਖਾਂ, ਕੈਪਟਨ ਸਾਹਿਬ ਨੇ ਨਿਕਲਦੇ ਕਿਹਾ ਸੀ ਕਿ ਵਾਟ ਐਵਰ ਮੈਡਮ ਵਿਲ ਡਿਸਾਈਡ ਆਈ ਵਿਲ ਅਬਾਈਡ ਬਾਈ ਦੈਟ, ਐਂਡ ਹੀ ਡਿਡ ਇਟ। ਹੁਣ ਉਹਨਾਂ ਨੇ ਕੋਈ ਚਿੱਠੀ ਲਿਖੀ ਨਹੀਂ ਲਿਖੀ, ਮੈਨੂੰ ਸਾਨੂੰ ਪਤਾ ਨਹੀਂ ਲਿਖੀ, ਅਨਨੈਸੈਸਰੀ ਮੀਡੀਆ 'ਚ ਜੀ ਉਹਨਾਂ ਨੇ ਇਹ ਕਰਤਾ, ਉਹਨਾਂ ਨੇ ਉਹ ਕਰਤਾ ਕੱਲ। ਲੇਕਿਨ ਇਸ ਮੀਡੀਆ ਨੂੰ ਬਲੇਮ ਨਹੀਂ ਕਰ ਸਕਦੇ। ਤੁਹਾਡੇ ਲੀਡਰ ਸਾਨੂੰ ਖੁਦ ਬੁਲਾ ਕੇ ਕਹਿੰਦੇ ਸੀ ਜੀ ਇਹ ਪ੍ਰੋਬਲਮ ਹੈ, ਔਰ ਸਭ ਨੇ ਟੀਵੀ ਤੇ ਦੇਖਿਆ ਕਿ ਦੇਖੋ ਜੋ ਮੈਂ ਦੇਖ ਰਿਹਾ, ਨਵਜੋਤ ਸਿੱਧੂ ਨੇ ਉਹਨਾਂ ਨੇ ਸਟੇਜ ਤੇ ਸਭ ਤੇ ਗੋਡੀ ਹੱਥ ਲਾਏ, ਲੇਕਿਨ ਕੈਪਟਨ ਸਾਹਿਬ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ। ਨਹੀਂ ਦੇਖੋ ਉਸ ਟਾਈਮ ਜਦੋਂ ਉੱਠੇ ਸੀ ਨਾ, ਉਹ ਜਿਹੜਾ ਉਹਨਾਂ ਦਾ ਸਟਾਈਲ ਹੈ, ਹੀ ਸਟਾਰਟਡ ਵਿਦ ਹਿਸ ਕ੍ਰਿਕਟ, ਤੋਂ ਉਹ ਸਟੂਡੈਂਟ ਉਹ ਸਾਰੇ ਅੱਗੇ ਸੀ, ਉਹ ਉਹਨਾਂ ਵਿੱਚ ਇਨਵੋਲਵ ਹੋ ਗਏ। ਜਦੋਂ ਪੰਜਾਬ ਭਵਨ ਸੀ ਮੈਂ ਤੇ ਨਾਲ ਸੀ ਉਹਨਾਂ ਦੇ, ਅਸੀਂ ਦੇਖਿਆ ਸੀਐਮ ਸਾਹਿਬ ਤੇ ਉਹਨਾਂ ਨੇ ਬੈਠ ਕੇ ਰੋਟੀ ਖਾਈ, ਉਹ ਵੀ ਤੁਹਾਡੇ ਕੋਲ ਕਲਿੱਪਿੰਗ ਹੈਗੀ, ਉਹ ਤੁਸੀਂ ਨਹੀਂ ਚਲਾਓਗੇ, ਜਿਹਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਕਿਹਾ, ਪੈਰੀ ਪੈਨਾ ਵੀ ਕਿਹਾ, ਨਾਲ ਬੈਠੇ, ਤੁਹਾਨੂੰ ਉਹ ਵੀ ਦਿਖਾਉਣਾ ਚਾਹੀਦਾ। ਚਲੋ ਬਹਰਹਾਲ ਉਹ ਮੀਡੀਆ ਦਾ ਤੁਹਾਡਾ ਕੰਮ ਹੈ, ਮਗਰ ਆਈ ਪਰਸਨਲੀ ਫੀਲ ਕਿ ਸੀਐਮ ਸਾਹਿਬ ਸੀਨੀਅਰ ਨੇ, ਐਕਸਪੀਰੀਅੰਸ ਹੈ, ਸਿੱਧੂ ਜੀ ਨੂੰ ਲੋਕ ਪਸੰਦ ਕਰਦੇ ਨੇ, ਇਹ ਦੋਨੋਂ ਹੀ ਨਹੀਂ ਹੈ ਜੀ, ਇਹਦੇ ਨਾਲ ਟੀਮ ਆਫ ਲੀਡਰਸ ਹੈ ਵਿਦ ਕਾਂਗਰਸ। I don't want to name anyone now ਕਿਉਂਕਿ ਮੈਂ ਕਿਸੇ ਦਾ ਮਿਸ ਨਾ ਕਰ ਜਾਵਾਂ। We have a battery of leaders in Congress, ਤੇ ਉਹ ਇੱਕ ਸ਼ਾਇਦ ਅਕਾਲੀ ਔਰ ਆਪ, ਕਿਉਂਕਿ ਬੀਜੇਪੀ ਤੇ ਕੰਪੀਟੀਸ਼ਨ 'ਚ ਹੀ ਨਹੀਂ ਰਹੀ ਪੰਜਾਬ 'ਚ, ਬੀਜੇਪੀ ਤੇ ਕਿਤੇ ਨਾਮ ਹੀ ਨਹੀਂ ਹੈਗਾ, ਤੇ ਮੈਨੂੰ ਲੱਗਦਾ ਸ਼ਾਇਦ ਉਹਦੇ ਵਿੱਚ ਹੀ ਇਹ ਪਰੇਸ਼ਾਨ ਹੋ ਰਹੇ ਨੇ। ਮਗਰ ਆਈ ਪਰਸਨਲੀ ਫੀਲ ਕਿ ਜੋ ਟੈਲੈਂਟ ਹੈ, ਜੋ ਐਕਸਪੀਰੀਅੰਸ ਹੈ, ਔਰ ਇਹ ਜੋ 2022 ਤੋਂ ਬਾਅਦ ਵੀ ਅਸੀਂ ਪੰਜਾਬ ਨੂੰ 1 ਨੰਬਰ ਤੇ ਕਈ ਚੀਜ਼ਾਂ 'ਚ ਲੈ ਕੇ ਆਏ ਹਾਂ, ਜੋ ਤੁਹਾਨੂੰ ਮੈਂ ਦੱਸਿਆ, ਅੱਗੇ ਵੀ ਲੈ ਕੇ ਜਾਵਾਂਗੇ। ਅਮਿਤ ਜੀ, ਸਮੇਂ ਦੀ ਥੋੜੀ ਕਮੀ ਹੈ, ਗੱਲਬਾਤ ਦਾ ਸਿਲਸਿਲਾ ਸ਼ਾਇਦ ਹੋਰ ਲੰਬਾ ਹੁੰਦਾ। ਉਮੀਦ ਕਰਦੇ ਹਾਂ ਕਿ 6 ਮਹੀਨੇ ਬਾਅਦ ਲੋਕਾਂ ਦੀ ਕਚਹਿਰੀ 'ਚ ਫੈਸਲਾ ਸਾਹਮਣੇ ਹੋਏਗਾ, ਦੇਖਾਂਗੇ ਕਿ ਡਬਲ ਇੰਜਨ ਦੀ ਜਿਹੜੀ ਤੁਹਾਡੀ ਸਰਕਾਰ ਆ ਉੱਪਰ ਜਾਂਦੀ ਹੈ ਜਾਂ ਬ੍ਰੇਕ ਫੇਲ ਹੁੰਦੀ ਹੈ ਉਹਦੀ। ਸੋ ਪਠਾਨਕੋਟ ਦੇ ਵਿੱਚ ਅਸੀਂ ਪਹੁੰਚੇ ਸੀ, ਔਰ ਇੱਕ ਆਖਰੀ ਜਿਹੜਾ ਮੈਸੇਜ ਪਬਲਿਕ ਨੂੰ ਕਿ ਤੁਸੀਂ ਪਿਛਲੀ ਵਾਰ ਇੱਕ ਨਵਾਂ ਚਿਹਰਾ ਆਏ ਸੀ, ਇੱਕ ਐਕਸਪੈਰੀਮੈਂਟ ਸੀ, ਇਸ ਵਾਰ ਤੁਹਾਡੇ ਸਾਹਮਣੇ ਇੱਕ ਬੀਜੇਪੀ ਦੇ ਪ੍ਰੈਜ਼ੀਡੈਂਟ ਜਿਹੜੇ ਬਣਾਏ ਗਏ, ਔਰ ਸਾਰੀ ਜਿਹੜੀ ਇੱਕ એનર્ਜੀ ਹੋਏਗੀ ਉਹ ਤੁਹਾਨੂੰ ਹੈਰਾਨ ਲਈ ਹੋਏਗੀ। ਸੋ ਕੀ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਇਸ ਮਾਧਿਅਮ ਦੇ ਜ਼ਰੀਏ ਕਿ ਕੀ ਤੁਹਾਡੇ ਕੰਮ ਚੰਗੇ ਜਿਹੜੇ ਹੋਏ ਆ ਉਹਨਾਂ ਨੂੰ ਵੋਟ ਪਾਈ ਜਾਵੇ, ਜਾਂ ਆਮ ਤੌਰ ਤੇ ਹੁੰਦਾ ਜੀ 5 ਸਾਲ ਦਾ ਸਮੇਂ ਘੱਟ ਸੀਗਾ ਹੋਰ ਦਿੱਤਾ ਹੋਵੇ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਸੈਮੀਫਾਈਨਲ ਅਸੀਂ ਖੇਲ ਚੁੱਕੇ ਦੇ ਹਾਂ, ਔਰ ਨਾਰਮਲੀ ਜਦੋਂ ਚੌਥੇ ਪੰਜਵੇਂ ਸਾਲ 'ਚ ਇਲੈਕਸ਼ਨ ਹੁੰਦੇ ਨੇ ਜੀ, ਲੋਕੀ ਆਪਣਾ ਵਰਡਿਕਟ ਦੇ ਦਿੰਦੇ ਨੇ। ਸਾਡੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੇ, ਉਹਦੇ ਵਿੱਚ ਕਦੀ ਕਦੀ ਐਮਸੀਆਂ ਦਾ ਤੁਸੀਂ ਸੁਣਿਆ ਹੋਏਗਾ, ਕੋਈ 200 ਤੋਂ ਜਿੱਤ ਰਿਹਾ, ਕੋਈ 300 ਤੋਂ ਜਿੱਤ ਰਹੇ ਨੇ, ਮਗਰ ਯੂ ਟੇਕ ਆਊਟ ਦੀ ਰਿਕਾਰਡ, ਅਸੀਂ ਕੋਈ 1800 ਤੋਂ ਜਿੱਤੇ ਆ, ਕੋਈ 1200, ਕੋਈ 1400, ਕੋਈ 1600, ਜਿਹੜੀ ਅਸੀਂ 3-4 ਸੀਟਾਂ ਹਾਰੇ ਆ, 24 ਵੋਟ, 33 ਵੋਟ, 29 ਵੋਟ, ਬੜਾ ਟਰਾਂਸਪੇਰੈਂਟ ਇਲੈਕਸ਼ਨ ਕੀਤਾ ਹੈ। ਆਈ ਥਿੰਕ ਇਹ ਜਿਹੜਾ ਜਿੰਨਾ ਵੀ ਵਰਡਿਕਟ ਲੋਕਾਂ ਨੇ ਦਿੱਤਾ ਹੈ, ਇੱਕ ਕੰਮ ਨੂੰ ਦਿੱਤਾ ਹੈ ਜੋ ਸਰਕਾਰ ਨੇ ਕੀਤੇ ਨੇ, ਕੁਝ ਅਸੀਂ ਲੋਕਲ ਲੈਵਲ ਤੇ ਕੀਤੇ ਨੇ, ਪਲੱਸ ਕਰੋਨਾ ਦੇ ਟਾਈਮ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਬਿਲਕੁਲ ਬਾਹਰ ਨਹੀਂ ਨਿਕਲੀ, ਜਿਹੜੀ ਟੀਮ ਬਾਹਰ ਨਿਕਲੀ ਲੋਕਾਂ ਨੇ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਕੇ ਕੰਮ ਦਿੱਤਾ ਹੈ। ਕੰਮ ਸਾਡੇ ਰੁਕੇ ਨਹੀਂ ਹੈ, ਔਰ ਅੱਗੇ ਵੀ ਅਸੀਂ ਕਰ ਰਹੇ ਹਾਂ, ਚਾਹੇ ਸਫਾਈ ਹੈ, ਪੂਰੀ ਟੀਮ ਲੱਗੀ ਦੀ ਹੈ। ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਸਾਡੀ ਜਿਹੜੀ ਕਮਿਟਮੈਂਟ ਹੈ, ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਤੁਸੀਂ ਕਾਰਪੋਰੇਸ਼ਨ ਬਣਾਓ, ਆਪਣੇ ਪਠਾਨਕੋਟ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ, ਔਰ ਜਿਸ ਸਪੀਡ ਨਾਲ ਕੰਮ ਚੱਲ ਰਹੇ ਨੇ ਉਸੇ ਸਪੀਡ, ਉਸ ਤੋਂ 10 ਗੁਣਾ ਟਾਈਮਸ ਅਸੀਂ ਸਪੀਡ ਨਾਲ ਕਰਾਂਗੇ, ਤੇ ਲੋਕੀ ਫੀਲ ਵੀ ਕਰ ਰਹੇ ਨੇ ਹੁਣ। ਤੇ ਮੈਨੂੰ ਲੱਗਦਾ ਕੰਮ ਨੂੰ ਵੋਟ ਪੈਣਗੇ ਔਰ ਵਿਅਕਤੀਤਵ ਨੂੰ ਵੋਟ ਪੈਣਗੇ, ਕਿ ਜੇ ਹੰਬਲ ਰਹੋ। ਸਾਰਿਆਂ ਨੂੰ ਮੈਂ ਇਹ ਰਿਕੁਐਸਟ ਕਰਨਾ ਕਿ ਪਬਲਿਕ ਦੇ ਨੁਮਾਇੰਦੇ ਹੋ, ਪਬਲਿਕ 'ਚ ਬਣ ਕੇ ਰਹੋ, ਈਗੋ ਨਾ ਰੱਖੋ,
ਹੰਬਲ ਰਹੋ, ਹਰ ਬੰਦੇ ਦੀ ਵੱਡੇ ਦੀ ਇੱਜ਼ਤ ਕਰੋ ਤੇ ਨਾਲ ਜੋ ਦੁਖੀ ਆ ਜੀ ਆਪਣਾ ਉਹਨਾਂ ਦੀ ਮਦਦ ਜ਼ਰੂਰ ਕਰੋ ਤੇ ਇਹ ਜਿਹੜੀ ਚੋਰੀ ਚਕਾਰੀ ਹਰ ਤੋਂ ਦੂਰ ਰਹੋ ਜੀ। ਤੇ ਮੈਨੂੰ ਲੱਗਦਾ ਲੋਕੀ ਫਿਰ ਆਪਣੇ ਆਪ ਹੀ ਬਲੇਸਿੰਗਸ ਦੇ ਹੀ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਪੰਜਾਬ 'ਚ 90% ਸੀਟਾਂ ਜਿਹੜੀਆਂ ਲੋਕਲ ਬਾਡੀਜ਼ ਦੀ ਇਲੈਕਸ਼ਨ ਸੀ ਉਸ ਵੇਲੇ ਕਾਂਗਰਸ ਜਿੱਤੀ ਸੀ, ਲੇਕਿਨ ਹਾਲਾਤ ਉਦੋਂ ਹੋਰ ਸੀ ਕਿਉਂਕਿ 90% ਸੀਟਾਂ ਜਿੱਤਣ ਤੋਂ ਬਾਅਦ ਵੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਚੇਂਜ ਹੋਈ। ਉਹਦਾ ਕੀ ਅਸਰ ਰਹੇਗਾ ਪੰਜਾਬ ਦੇ ਵਿੱਚ ਉਹ ਦੇਖਣ ਵਾਲੀ ਗੱਲ ਹੋਏਗੀ। ਔਰ ਪਠਾਨਕੋਟ ਵਿੱਚ ਆ ਕੇ ਪਠਾਨਕੋਟ ਦੇ ਮੁੱਦੇ ਅਸੀਂ ਚੁੱਕੇ ਔਰ ਕੋਸ਼ਿਸ਼ ਕੀਤੀ ਕਿ ਪਠਾਨਕੋਟ ਦੇ ਜਿਹੜੇ ਮੁੱਦੇ ਨੇ ਪਠਾਨਕੋਟ ਦੇ ਲੋਕ ਜਿਹੜੇ ਆ ਉਹ ਸਾਹਮਣੇ ਰੱਖਣ ਔਰ ਉਮੀਦ ਕਰਦੇ ਆ ਕਿ ਜਿਹੜੀ ਸਾਡੀ ਜਰਨੀ ਹੈ ਪੰਜਾਬ ਦੇ ਬਹੁਤ ਸਾਰੇ ਡਿਸਟ੍ਰਿਕਟਸ ਵਿੱਚ ਆਏਗੀ ਔਰ ਜ਼ੀ ਮੀਡੀਆ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇਗਾ। ਜਿੱਥੇ ਪੋਲੀਟੀਸ਼ੀਅਨਸ ਕੁਝ ਨਹੀਂ ਕਰ ਪਾਣਗੇ ਉੱਥੇ ਅਸੀਂ ਪਹੁੰਚਾਂਗੇ ਔਰ ਲੋਕਾਂ ਦੇ ਮੁੱਦੇ ਜਿਹੜੇ ਉਹ ਜ਼ੋਰ ਸ਼ੋਰ ਨਾਲ ਉਠਾਵਾਂਗੇ।